ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਹਰ ਰੋਜ਼ ਦੀ ਤਰ੍ਹਾਂ ਸੰਗਤ ਰੂਪ ਦੇ ਵਿੱਚ ਜੁੜ ਕੇ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸਤਿਗੁਰਾਂ ਦੀ ਬਾਣੀ ਗੌੜੀ ਰਾਗ ਦੇ ਵਿੱਚ ਮਹੱਲੇ 9ਵੇਂ ਦੀ ਬਾਣੀ ਸ਼ੁਰੂ ਕੀਤੀ ਸੀ ਆਪਾਂ ਕੱਲ, ਜਿਸ ਵਿੱਚ ਸਮਝਾਉਂਦੇ ਨੇ, ਆਪਾਂ ਵਿਚਾਰ ਰਹੇ ਸੀ कि साधो मन का मान त्यागो, काम क्रोध संगत दुर्जन कीता त्याह निस भागो। मन का मान त्यागना है, क्योंकि बारी भेख नाल लोग साधु संत बन जाते ने। ते ये जिहड़ा मार्ग है, भगती का मार्ग है, एक वखरा मार्ग है। इस विच समझाउंदे ने आपां नूं दुख सुख दोनों सम कर जाना, और मान अपमाना हरक सोगते रहे अतीता, तिन जगत अत पछाना। भी उस्त निंदा नूं सम करके चलेगा जीव, मान अपमान नूं सम करके चलेगा, फिर जाके तत दी पहचान होती है। उस्त निंदा दो त्यागै, खोजै पद निर्वाणा, जन नानक एक खेल कठन है, किन्हू गुरमुख जाना। उस्तत भी ते निंदा दोनों त्यागे ते निर्वाण पद की खोज करे। एक खेल कठिन है, किसी गुरमुख ने जानिया है, वो भी तां जानदा है जदों प्रभु उसनूं जलाउंदा है। क्योंकि जब तक किसी नूं जलाउंदा नहीं, आपां उसनूं जान नहीं सकते। जिस तू जनाए सोई जन जाने, कोई जान सकता जिन्हों जलाउंदा। इस करके वो फिर किसी विरले विरले ने इस खेल नूं जानिया है, तत्त नूं पहचानिया है। इत्थे तक आपां कल विचार कीती सी। आओ अगला शब्द गौड़ी राग दे विच महल्ले 9वें दा शब्द है, साधो रचना राम बनाई। एक बिनस है, एक अस्थिर मन है, आचार्य लख्यो ना जाई। समझाउंदे ने कि जिहड़ी रचना है, ये राम दी रची हुई है। जिन्हां जीवां ने उस प्रभु नूं मिलना है, ज्ञान लेना हुंदा है, साधना हुंदा है मन नूं, ते उसने समझना भी हुंदा है। समझाउंदे ने कि उस प्रभु ने, हरि ने, राम ने, अल्लाह ने, गॉड ने, वाहिगुरु ने, निरंकार ने, करता पुरख, बहुत सारे नाम ने। उसने ये रचना रची है, एक संसार दी, जिहदे विच ऐसा खेड है कि एक विनसदा है, एक अस्थिर है। जो बिनसनहार है वो दृष्टमान संसार है, वो तो दिसता है। ते जिहड़ा नहीं बिनसदा, जिहड़ा स्थिर है, अविनाशी है, उसनूं वो अचरज है, वो लख्या नहीं जा रहा। एक बिनसा है, एक अस्थिर मन है, अचरज लख्यो ना जाई। वो अचरज है, अलख है, उसनूं लख्या नहीं जांदा। रहो पंक्तियां ने, क्यों आपां क्यों नहीं लख्या जांदा। समझाउंदे ने, काम क्रोध मोह बस प्राणी,
ਹੁਣ ਮਨ ਜਿਹੜਾ ਸਾਡਾ ਹੈ, ਇਹ ਆ ਕੇ ਇੱਥੇ ਕਿਹਨਾਂ ਦੇ ਵਸ ਪੈ ਗਿਆ ਹੈ? ਕਾਮ ਦੇ, ਕ੍ਰੋਧ ਦੇ, ਲੋਭ ਦੇ, ਮੋਹ ਦੇ, ਇਹਨਾਂ ਚੀਜ਼ਾਂ ਦੇ ਵਸ ਪੈ ਗਿਆ ਮਨ, ਤੇ ਆਪਣੇ ਆਪ ਨੂੰ ਭੁੱਲ ਗਿਆ ਤੇ ਹਰੀ ਨੂੰ ਭੁੱਲ ਗਿਆ। ਹਰ ਮੂਰਤ ਬਿਸਰਾਈ, ਨਾ ਆਪਣੇ ਆਪ ਦਾ ਗਿਆਨ, ਨਾ ਤੇ ਨਾ ਹਰੀ ਦਾ, ਕਿਉਂਕਿ ਆਪਾਂ ਹਰੀ ਰੂਪ ਹਾਂ। ਸਾਡਾ ਰੂਪ ਜਿਹੜਾ ਹੈ, ਆਪਾਂ ਨਿਰੰਕਾਰ ਰੂਪ ਹਾਂ, ਹਰੀ ਰੂਪ ਹਾਂ। ਆਪਣੇ ਆਪ ਨੂੰ ਭੁੱਲਣ ਕਰਕੇ ਅਸੀਂ ਹਰੀ ਨੂੰ ਭੁੱਲ ਗਏ ਹਾਂ। ਝੂਠਾ ਧਨ ਸਾਚਾ ਕਰ ਮਾਨਿਓ, ਜੋ ਸੁਪਨਾ ਰਹਿ। ਮਨ ਨੇ ਇਹਨਾਂ ਦੇ ਵਸ ਪੈ ਕੇ ਆਪਣੇ ਆਪ ਨੂੰ ਭੁੱਲਿਆ, ਹਰੀ ਨੂੰ ਭੁੱਲਿਆ, ਤੇ ਜਿਹੜਾ ਧਨ ਹੈ ਸਾਡਾ, ਜਿਹੜਾ ਝੂਠਾ ਹੈ, ਨਾਸਵਾਨ ਹੈ, ਇਸ ਨੂੰ ਸੱਚਾ ਸਮਝ ਬੈਠਿਆ। ਕਿਉਂ? ਤਾਂ ਇਹ ਤਾਂ ਸੰਸਾਰ ਜਿਹੜਾ ਹੈ, ਇਹ ਰਾਤ ਦੇ ਸੁਪਨੇ ਦੀ ਨਿਆਈ ਹੈ। ਜਿਉਂ ਸੁਪਨਾ ਰਹਿਨਾਈ, ਵੀ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ, ਸਰੀਰ ਏਦਾਂ ਹੈ, ਪਤਾ ਨਹੀਂ ਕਦੋਂ ਇਸਨੇ ਨਾਸ ਹੋ ਜਾਣਾ ਹੈ, ਕਦੋਂ ਮਨ ਨੂੰ ਇਸ ਤੋਂ ਕੱਢਣਾ ਹੈ, ਇਹ ਗਿਆਨ ਨਹੀਂ ਹੈ। ਇਸ ਕਰਕੇ ਇਸੇ ਨੂੰ ਸੱਚ ਮੰਨ ਕੇ ਬੈਠਿਆ ਹੈ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਹਾਦਰ ਕੀ ਛਾਈ। ਤੇ ਸਮਝਾਉਂਦੇ ਨੇ ਵੀ ਜਿਹੜਾ ਆਪਾਂ ਦੇਖਦੇ ਹਾਂ ਇਹਨਾਂ ਅੱਖਾਂ ਦੇ ਨਾਲ, ਦੋ ਦ੍ਰਿਸ਼ਟੀ ਦੇ ਵਿੱਚ ਆਪਾਂ ਦੇਖਦੇ ਹਾਂ ਦ੍ਰਿਸ਼ਟਮਾਨ ਨੂੰ, ਜੋ ਵਿਨਸਨਹਾਰ ਹੈ। ਇਹ ਸਾਰਾ ਕੁਛ ਬਿਨਸ ਜਾਣਾ ਜੋ ਅੱਖਾਂ ਦੇ ਨਾਲ ਦੇਖਦੇ ਹਾਂ। ਕਿਹੋ ਜੀ ਕਿੰਨੇ ਕੁ ਇਸ ਦੀ ਬੁਨਿਆਦ ਹੈ। ਜਿਵੇਂ ਬੱਦਲ ਦੀ ਛਾਂ ਸਦਾ ਨਹੀਂ ਰਹਿੰਦੀ, ਕੁਝ ਸਮੇਂ ਵਾਸਤੇ ਬੱਦਲ ਛਾਂ ਕਰ ਦਿੰਦਾ ਹੈ, ਲੇਕਿਨ ਫਿਰ ਬੱਦਲ ਪਾਸੇ ਹਟ ਜਾਂਦਾ, ਧੁੱਪ ਹੋ ਜਾਂਦੀ ਹੈ। ਏਦਾਂ ਹੀ ਇਹ ਸੰਸਾਰ ਜਿਹੜਾ ਹੈ ਸਾਡਾ, ਇੱਕ ਬੱਦਲ ਦੀ ਛਾਂ ਦੀ ਨਿਆਈ ਹੈ, ਜਿਹੜਾ ਬਿਨਸਨਹਾਰ ਹੈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਹੁਣ ਸਮਝਾਉਂਦੇ ਨੇ ਮਹਾਰਾਜ ਆਪਣੇ ਜਨਾਂ ਨੂੰ ਕਿ ਸੰਸਾਰ ਨੂੰ ਆਪਾਂ ਮਿਥਿਆ ਜਾਣਨਾ ਹੈ, ਇਹ ਨਾਸਵਾਨ ਹੈ, ਇਹ ਝੂਠ ਹੈ। ਫਿਰ ਆਪਾਂ ਸੱਚ ਨੂੰ ਨਾਲ ਜੁੜਨਾ ਹੈ। ਸਾਡੇ ਮਨ ਨੇ ਰਾਮ ਦੀ ਸ਼ਰਨ ਦੇ ਵਿੱਚ ਰਹਿਣਾ ਹੈ, ਨੌ ਦਰਾਂ ਨੂੰ ਛੱਡ ਕੇ ਪ੍ਰਭੂ ਦੀ ਸ਼ਰਨ ਵਿੱਚ ਜਾਣਾ ਹੈ। ਕਿਉਂਕਿ ਇਹ ਸਰੀਰ ਝੂਠਾ ਹੈ, ਇਹ ਨਾਸਵਾਨ ਹੈ, ਇਸਨੇ ਪਤਾ ਨਹੀਂ ਕਦੋਂ ਬਿਨਸ ਜਾਣਾ ਹੈ। ਲੇਕਿਨ ਆਪਣਾ ਮਨ ਬਿਨਸਨਹਾਰ ਨਹੀਂ ਹੈ। ਪ੍ਰਭੂ ਵੀ ਅਵਿਨਾਸ਼ੀ ਹੈ, ਲੇਕਿਨ ਅਸੀਂ ਭਰਮ ਚ ਪੈ ਕੇ ਜੋ ਸੱਚ ਹੈ ਉਸ ਨੂੰ ਭੁੱਲ ਕੇ ਝੂਠ ਦੇ ਨਾਲ ਜੁੜ ਗਏ ਹਾਂ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਅਸੀਂ ਸਾਚ ਛੋੜ ਝੂਠ ਸਿਓ ਰਚੈ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪ੍ਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜੋ ਮਾਲਕ ਸਦਾ ਸੰਗ ਹੈ ਉਸ ਨੂੰ ਛੱਡ ਦਿੰਦੇ ਹਨ, ਜੋ ਛੱਡਣਾ ਉਸ ਦੇ ਵਾਸਤੇ ਮਿਹਨਤ ਕਰਦੇ ਹਾਂ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਆਪਾਂ ਇਸ ਸੰਸਾਰ ਨੂੰ ਸੱਚ ਨਹੀਂ ਜਾਣਨਾ। ਸੱਚ ਕਦੋਂ ਸੰਸਾਰ ਹੋਏਗਾ ਸਾਡੇ ਵਾਸਤੇ? ਜਦੋਂ ਅਸੀਂ ਸੱਚ ਨੂੰ ਜਾਣ ਲਿਆ, ਪਰਮੇਸ਼ਰ ਨੂੰ ਜਾਣ ਲਿਆ, ਹਰੀ ਨੂੰ ਜਾਣ ਲਿਆ। ਉਸ ਤੋਂ ਬਾਅਦ ਆਪਣੇ ਵਾਸਤੇ ਫਿਰ ਸਾਰਾ ਕੁਝ ਸੱਚ ਹੈ। ਪਰ ਜਦੋਂ ਸੱਚ ਨੂੰ ਜਾਣ ਲਿਆ, ਆਪਾਂ ਜਨਮ ਮਰਨ ਤੋਂ ਰਹਿਤ ਹੋ ਜਾਣਗੇ। ਆ ਸੱਚ ਦੀ ਬਾਤ ਸਮਝਾਉਂਦੇ ਨੇ ਮਹਾਰਾਜ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੀ ਕਰਨੀ ਸਰਬ ਵਿਚਾਰ। ਸੱਚਾ ਤੇਰਾ ਅੰਮ੍ਰਿਤ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ। ਸੱਚੇ ਤੇਰੀ ਸੱਚੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਤੇ ਆਏ ਨਾ, ਸੱਚ।
ਵੀ ਜਿਹੜੇ ਨਾ ਸੱਚ ਨੂੰ ਧਿਆਉਂਦੇ ਨੇ ਉਹਨਾਂ ਵਾਸਤੇ ਸਾਰਾ ਕੁਝ ਸੱਚ ਹੈ। ਜੋ ਮਰ ਜੰਮੇ ਸੋ ਕੱਚ ਨਿਕੱਚ, ਜੋ ਮਰ ਜੰਮਦਾ ਹੈ ਉਹ ਕੱਚ ਨਿਕੱਚ ਹੈ। ਸੱਚ ਹੈ ਮਾਲਕ ਸਾਡੇ ਮਨ ਜਦੋਂ ਜਾਣ ਲਿਆ ਫਿਰ ਜੋ ਵੀ ਆਪਾਂ ਵਿਚਾਰ ਕਰਦੇ ਹਾਂ ਸੱਚ ਦੀ ਹੈ, ਕਿਉਂਕਿ ਫਿਰ ਆਪਾਂ ਉਹ ਸੱਚ ਦੀ ਹੀ ਰਚਨਾ ਹੈ। ਅਚਰਜ ਨੂੰ ਲਖਣਾ ਹੈ। ਜਦੋਂ ਅਚਰਜ ਨੂੰ ਲਖ ਲਿਆ ਫਿਰ ਸਾਡੇ ਵਾਸਤੇ ਸਾਰਾ ਕੁਝ ਹੀ ਸੱਚ ਹੈ। ਫਿਰ ਸਾਰਾ ਕੁਝ ਪ੍ਰਵਾਨ ਹੋ ਜਾਂਦਾ ਹੈ। ਸਮਝਾਉਂਦੇ ਨੇ ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਿਸ਼ਚਲ ਥਾਓ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਬੁੱਝੈ ਸਭ ਪਾਓ। ਜਦੋਂ ਪਿਆਰ ਪੈ ਗਿਆ, ਜਾਣ ਲਿਆ, ਫਿਰ ਵਡਿਆਈ ਸਾਨੂੰ ਵੱਡੀ ਹੈ ਮਾਲਕ ਦੀ। ਆਓ ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਮਹੱਲੇ 9ਵੇਂ ਦਾ ਸ਼ਬਦ ਹੈ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ। ਪ੍ਰਾਣੀ, ਪ੍ਰਾਣੀ ਕੌਣ ਹੈ? ਜੋ ਪ੍ਰਾਣਾਂ ਦੇ ਆਧਾਰ ਤੇ ਖੜਾ ਹੈ। ਅਸੀਂ ਪ੍ਰਾਣੀ ਹਾਂ ਤੇ ਪਰਮੇਸ਼ਰ ਦਾਤਾ ਹੈ ਜੋ ਸਾਨੂੰ ਪ੍ਰਾਣ ਦੇ ਕੇ ਜਿੰਦਾ ਰੱਖਦਾ ਹੈ, ਜਿਸ ਨੂੰ ਪ੍ਰਾਣਪਤ ਦਾਤਾ ਕਿਹਾ ਹੈ। ਪਰ ਅਸੀਂ ਪਰਮੇਸ਼ਰ ਨੂੰ ਭੁੱਲ ਕੇ ਮਨ ਸਾਡਾ ਪਰਮੇਸ਼ਰ ਨੂੰ ਭੁੱਲ ਗਿਆ, ਉਸ ਦਾ ਜਸ ਇਸ ਨੂੰ ਯਾਦ ਨਹੀਂ ਆਉਂਦਾ, ਮਨ ਦੇ ਵਿੱਚੋਂ ਭੁੱਲ ਚੁੱਕਿਆ ਹੈ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ। ਭੁੱਲੇ ਗਿਆ ਕਿ ਪਰਮੇਸ਼ਰ ਦਾ ਅਸਲੀ ਸਿਫਤ ਸਲਾਹ ਕੀ ਹੈ, ਕਿ ਉਸ ਨੂੰ ਜਾਣਨਾ, ਉਸ ਨੂੰ ਦੇਖਣਾ, ਦੇਖ ਕੇ ਫਿਰ ਉਸ ਦੀ ਵਡਿਆਈ ਕਰਨੀ ਹੈ। ਅਹਨਿਸ ਮਗਨ ਰਹੇ ਮਾਇਆ ਮੈਂ, ਕਹੋ ਕੈਸੇ ਗੁਣ ਗਾਵੇ। ਹੁਣ ਮਨ ਜਿਹੜਾ ਹੈ ਹਰ ਸਮੇਂ ਹਰ ਦਿਨ ਮਾਇਆ ਦੇ ਵਿੱਚ ਮਗਨ ਰਹਿੰਦਾ ਹੈ। ਮਾਇਆ ਕੀ ਹੈ? ਤ੍ਰੈਗੁਣੀ ਵਿਚਾਰਾ, ਤ੍ਰੈਗੁਣੀ ਸੰਸਾਰ, ਇਹਦੇ 'ਚ ਹੀ ਮਗਨ ਹੈ। ਕਿਉਂਕਿ ਭੁੱਲ ਗਿਆ ਕਿ ਹਰੀ ਨੂੰ, ਪਰਮੇਸ਼ਰ ਨੂੰ, ਨਿਰੰਕਾਰ ਨੂੰ, ਅੱਲਾ ਨੂੰ, ਗੋਡ ਨੂੰ, ਰਾਮ ਨੂੰ ਅਸੀਂ ਕਿਵੇਂ ਦੇਖਣਾ ਹੈ। ਭੁੱਲ ਗਿਆ ਹੈ। ਜਦ ਤੱਕ ਦੇਖਦਾ ਨਹੀਂ ਉਸ ਦੀ ਸਿਫਤ ਸਲਾਹ ਵੀ ਨਹੀਂ ਕਰ ਸਕਦਾ। ਕਿਉਂਕਿ ਸਾਨੂੰ ਸਮਝਾਇਆ ਹੈ ਕਿ ਜਦੋਂ ਅਸੀਂ ਗੁਰ ਦੀ ਮੱਤ ਲੈ ਕੇ ਉਸ ਨੂੰ ਦੇਖਦੇ ਹਾਂ ਤੇ ਆਪਣੀ ਮੱਤ ਛੱਡ ਦਿੰਦੇ ਹਾਂ ਤੇ ਫਿਰ ਪ੍ਰਭੂ ਸਾਤੋਂ ਆਪਣਾ ਜਸ ਗਵਾਉਂਦਾ ਹੈ। ਫਿਰ ਉਹ ਸਾਨੂੰ ਸਿਫਤ ਸਲਾਹ ਦਾ ਖਜ਼ਾਨਾ ਦਿੰਦਾ ਹੈ। ਭੂਤ ਮੀਤ ਮਾਇਆ ਮਮਤਾ ਸਿਓ, ਇਹ ਬਿਦ ਆਪ ਬੰਧਾਵੈ। ਹੁਣ ਮਨ ਕੀ ਹੈ ਕਿ ਮਨ ਇਸ ਮਾਇਆ ਦੇ ਵਿੱਚ ਆ ਗਿਆ, ਸਰੀਰ 'ਚ ਆ ਗਿਆ, ਸਰੀਰ ਵੀ ਸਾਡਾ ਮਾਇਆ ਹੈ। ਤੇ ਫਿਰ ਇੱਥੇ ਪਰਿਵਾਰ ਹੈ, ਪੁੱਤਰ ਹੈ, ਮਿੱਤਰ ਹੈ, ਮਮਤਾ ਵਿੱਚ ਫਸ ਜਾਂਦਾ ਹੈ ਜੀਵ, ਮੋਹ ਦੇ ਵਿੱਚ ਫਸਦਾ ਹੈ। ਕਿਉਂਕਿ ਮਾਇਆ ਦੇ ਬਹੁਤ ਸਾਰੇ ਰੂਪ ਨੇ, ਧਨ ਦੌਲਤ, ਪਰਿਵਾਰ, ਸਰੀਰ, ਵਡਿਆਈਆਂ, ਸੰਸਾਰਕ ਬਹੁਤ ਤਰ੍ਹਾਂ ਦੀ ਮਾਇਆ ਹੈ। ਇਹਨਾਂ ਦੇ ਵਿੱਚ ਮਨ ਆਪਣੇ ਆਪ ਨੂੰ ਬੰਧ ਲੈਂਦਾ ਹੈ, ਖੁਦ ਬੰਧਦਾ ਹੈ। ਇਹ ਬਿਦ ਆਪ ਬੰਧਾਵੈ। ਮਿਰਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਦੇਖ ਤਾਸ਼ ਉਠਤਾ ਵੈ। ਮਿਰਗ ਤ੍ਰਿਸ਼ਨਾ, ਮਿਰਗ ਨੇ ਜਿਹੜੇ ਉਹ ਦੌੜਦੇ ਨੇ। ਮਿਰਗ ਦੀ ਨਾਭੀ ਦੇ ਵਿੱਚ ਦੱਸਦੇ ਨੇ ਕਸਤੂਰੀ ਹੁੰਦੀ ਹੈ, ਲੇਕਿਨ ਉਸਨੂੰ ਨਾ ਪਤਾ ਹੋਣ ਕਰਕੇ ਉੱਧਰ ਉੱਧਰ ਦੌੜਦਾ ਰਹਿੰਦਾ ਹੈ।
ਏਦਾਂ ਹੀ ਮਨ ਦਾ ਜਿਹੜਾ ਅਸਲੀ ਖਜ਼ਾਨਾ ਹੈ ਉਹ ਮਾਲਕ ਨੇ ਸਾਡੇ ਘਰ ਵਿੱਚ ਹੀ ਰੱਖਿਆ ਹੈ, ਜਿਹਦੇ ਨਾਲ ਮਨ ਦੀ ਤ੍ਰਿਸ਼ਨਾ ਖਤਮ ਹੁੰਦੀ ਹੈ, ਮਨ ਤ੍ਰਿਪਤ ਹੁੰਦਾ ਹੈ। ਜਿਸ ਤੋਂ ਬਿਨਾਂ ਮਨ ਦੀ ਭੁੱਖ ਖਤਮ ਨਹੀਂ ਹੁੰਦੀ, ਕਿਉਂਕਿ ਮਨ ਸੋਚਦਾ ਹੈ, ਸਾਰਾ ਸੰਸਾਰ ਹੀ ਸੋਚਦਾ ਹੈ ਕਿ ਪਤਾ ਨਹੀਂ ਜੀਵ ਧਨ ਦੌਲਤ ਕਮਾ ਕੇ ਤ੍ਰਿਪਤ ਹੋ ਜਾਏਗਾ। ਕਿਉਂਕਿ ਜਿਹੜੀ ਧਨ ਦੌਲਤ ਸੰਸਾਰ ਦੀਆਂ ਵਡਿਆਈਆਂ ਨੇ, ਇਹਨਾਂ ਦੇ ਨਾਲ ਕਦੇ ਤ੍ਰਿਪਤ ਨਹੀਂ ਹੁੰਦਾ, ਹੋਰ ਲਾਲਸਾ ਵੱਧਦੀ ਹੈ। ਜਿਵੇਂ ਆਪਾਂ ਦੇਖਦੇ ਹਾਂ, ਅਗਨ ਹੈ, ਆਪਾਂ ਕਹੀਏ ਵੀ ਅਗਨ ਨੂੰ ਅਸੀਂ ਤ੍ਰਿਪਤ ਕਰ ਦਾਂਗੇ, ਜਿੰਨਾ ਮਰਜ਼ੀ ਬਾਲਣ ਪਾਈ ਜਾਓ, ਅੱਗ ਹੋਰ ਭਟਕੇਗੀ, ਲੇਕਿਨ ਸਭ ਕੁਝ ਸਾੜ ਕੇ ਸੁਆਹ ਕਰ ਦੇਗੀ, ਤ੍ਰਿਪਤ ਨਹੀਂ ਹੋਏਗੀ, ਅੱਗ ਦੀ ਭੁੱਖ ਨਹੀਂ ਮਿਟਦੀ। ਏਦਾਂ ਹੀ ਸਾਡਾ ਮਨ ਜਿਹੜਾ ਹੈ, ਇਸ ਮਾਇਆ ਦੀ ਅਗਨ ਦੇ ਵਿੱਚ, ਇਸ ਦੁਆਰਾ ਕਦੇ ਵੀ ਤ੍ਰਿਪਤ ਨਹੀਂ ਹੁੰਦਾ। ਮਹਾਰਾਜ ਸਮਝਾਉਂਦੇ ਨੇ, ਬਿਨਾ ਸੰਤੋਖ ਭੂਖਾ ਨਹੀਂ ਰਾਜੈ, ਸੁਪਨ ਮੈਂ ਅਰਥ ਬਿਰਥੇ ਸਭ ਕਾਜੈ। ਬਿਰਥਾ ਹੈ ਸਾਰਾ ਕੁਛ, ਭੁੱਖਾ ਰਾਜਦਾ ਨਹੀਂ ਹੈ। ਬਿਨਾ ਸੰਤੋਖ ਭੂਖਾ ਨਹੀਂ ਰਾਜੈ, ਜਿਉ ਪਾਵਕ ਈਦਨ ਨਹੀਂ ਤਰਾਪੈ। ਜਿਵੇਂ ਈਦਨ ਦੇ ਨਾਲ, ਈਦਨ ਕਹਿ ਦਿੱਤਾ ਬਾਲਣ ਨੂੰ, ਪਾਵਕ ਕਹਿ ਦਿੱਤਾ ਅਗਨ ਨੂੰ। ਬੇਅਗਨ ਜਿਸ ਤਰ੍ਹਾਂ ਬਾਲਣ ਨਾਲ ਨਹੀਂ ਰਜਦੀ, ਏਦਾਂ ਸੰਤੋਖ ਤੋਂ ਬਿਨਾਂ ਜੀਵ ਤ੍ਰਿਪਤ ਨਹੀਂ ਹੁੰਦਾ। ਤਿੰਨ ਵਸਤਾਂ ਜਿਹੜੀਆਂ ਨੇ, ਇਹ ਸਾਨੂੰ ਸਾਡੀਆਂ ਮਾਲਕ ਦੇ ਕੋਲ ਨੇ, ਹਰੀ ਦੇ ਕੋਲ ਨੇ, ਗੌੜ ਦੇ ਕੋਲ ਨੇ, ਪਰਮੇਸ਼ਰ ਕੋਲ ਨੇ, ਅੱਲਾ ਕੋਲ ਨੇ, ਜਿਸ ਦੇ ਜੋ ਇੱਕ ਹੀ ਹੈ, ਜਿਸ ਦੇ ਅਨੇਕਾਂ ਨਾਮ ਨੇ, ਪਰ ਹੈ ਇੱਕ। ਉਸ ਦੇ ਕੋਲ ਇਹ ਵਸਤਾਂ ਨੇ, ਉਸ ਨੇ ਰੱਖੀਆਂ ਨੇ ਆਪਣੇ ਕੋਲ ਪਾ ਕੇ, ਤੇ ਆਪਾਂ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਤੇ ਫਿਰ ਉਸ ਨੂੰ ਮਾਣ ਕੇ ਫਿਰ ਮਨ ਤ੍ਰਿਪਤ ਹੁੰਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਫਿਰ ਉੱਥੇ ਅੰਮ੍ਰਿਤ ਨਾਮ ਹੈ, ਸਾਰਿਆਂ ਦਾ ਆਧਾਰ ਹੁੰਦਾ ਹੈ। ਜੇ ਕੋ ਖਾਵੇ ਜੇ ਕੋ ਪੂੰਛੇ, ਤਿਸ ਕਾ ਹੋਏ ਉਧਾਰੂ। ਜੋ ਉਸ ਨੂੰ ਖਾਂਦਾ ਹੈ, ਪਚਾ ਲੈਂਦਾ ਹੈ, ਉਸ ਦਾ ਉਧਾਰ ਹੋ ਜਾਂਦਾ ਹੈ। ਕਿਉਂਕਿ ਜੇ ਕੋਈ ਖਾ ਕੇ ਪਚਾ ਨਹੀਂ ਸਕਦਾ, ਅਜਰ ਨੂੰ ਜਰ ਨਹੀਂ ਸਕਦਾ, ਉਹਦਾ ਉਧਾਰ ਨਹੀਂ ਹੁੰਦਾ। ਜਿਵੇਂ ਆਪਾਂ ਕੋਈ ਦਵਾਈ ਲਈਏ ਬਿਮਾਰੀ ਤੋਂ ਤੇ ਨਿਕਲ ਜਾਵੇ ਬਾਹਰ, ਉਹ ਸਾਡਾ ਇਲਾਜ ਨਹੀਂ ਕਰ ਸਕਦੀ। ਏਦਾਂ ਹੀ ਗੁਰ ਦੇ ਗਿਆਨ ਦੁਆਰਾ ਜਦੋਂ ਅਸੀਂ ਉਹ ਲੈ ਕੇ ਮਨ ਵਿੱਚ ਵਸਾ ਨਹੀਂ ਲੈਂਦੇ, ਉਦੋਂ ਤੱਕ ਸਾਡਾ ਉਧਾਰ ਨਹੀਂ ਹੁੰਦਾ। ਜੇ ਉਸ ਨੂੰ ਲਿਆ ਤੇ ਪਚਾ ਲਿਆ, ਫਿਰ ਉਧਾਰ ਹੁੰਦਾ ਹੈ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖੋ ਧਾਰੋ। ਮਰੇ ਕਹਿੰਦੇ ਛੱਡਣਾ ਨਹੀਂ ਹੈ, ਹਰ ਰੋਜ਼ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਹੈ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਤਾਂ ਅਸੀਂ ਇਸ ਸੰਸਾਰ ਨੂੰ ਤਰ ਸਕਦੇ ਹਾਂ, ਤੇ ਫਿਰ ਸਾਨੂੰ ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਦਿਸਣਾ ਸ਼ੁਰੂ ਹੋ ਸਕਦਾ ਹੈ। ਬ੍ਰਹਮੋ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਕਹਿੰਦੇ ਮੂਰਖ ਨੇ ਉਸ ਪ੍ਰਭੂ ਜਿਹਨੇ ਸਾਨੂੰ ਮੁਕਤੀ ਦੀ ਜੁਗਤੀ ਦੇ ਕੇ ਮੁਕਤੀ ਦੇਣੀ ਹੈ, ਅਸੀਂ ਉਸ ਜੁਗਤੀ ਨੂੰ ਭੋਗਣਾ ਹੈ। ਕਿਉਂਕਿ ਪ੍ਰਭੂ ਦੀ ਸੇਵਾ, ਹਰੀ ਦੀ ਸੇਵਾ ਕੀ ਹੈ? ਮੁਕਤ ਭੁਗਤ ਜੁਗਤ ਤੇਰੀ ਸੇਵਾ, ਇਹ ਸੇਵਾ ਹੈ। ਪਰ ਇਹ ਸੇਵਾ ਕਦੋਂ ਕਰਦਾ ਹੈ ਜੀ? ਜਿਸ ਤੋਂ ਆਪ ਕਰਾਵੇ, ਆਪ ਕਰਵਾਉਂਦਾ ਹੈ। ਪਰ ਹੁਣ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ, ਇਸ ਕਰਕੇ ਅਸੀਂ ਇਸ ਬੰਧਨਾਂ ਚ ਪੈ ਜਾਂਦੇ ਹਾਂ।
ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ। ਤੇ ਸਮਝਾਉਂਦੇ ਨੇ ਵੀ ਕਰੋੜਾਂ ਚ ਕੋਈ ਜੀਵ ਉਸ ਪ੍ਰਭੂ ਦੇ ਭਜਨ ਨੂੰ ਪ੍ਰਾਪਤ ਕਰਦਾ ਹੈ ਜਿਸ ਨੂੰ ਆਪ ਦਇਆ ਕਰਦਾ ਹੈ। ਜੇ ਆਪਾਂ ਦੇਖੀਏ ਸੰਸਾਰ ਦੇ ਵਿੱਚ ਗ੍ਰੰਥਾਂ ਨੂੰ ਪੜ੍ਹੀਏ, ਜੋ ਵੀ ਪਰਮੇਸ਼ਰ ਨੂੰ ਮਿਲੇ ਉਹਨਾਂ ਦੀ ਪੜ੍ਹਾਈ, ਉਹਨਾਂ ਦਾ ਕਿਸੇ ਦਾ ਵੀ ਕੋਈ ਵਰਣਨ ਨਹੀਂ ਆਉਂਦਾ। ਕਿੰਨੀਆਂ ਜਮਾਤਾਂ ਪੜ੍ਹੇ ਸੀ, ਕਿਹੜੇ ਸਕੂਲ ਚ ਪੜ੍ਹੇ ਸੀ, ਕਿਉਂਕਿ ਪਰਮੇਸ਼ਰ ਭੋਲੇ ਭਾਲੇ ਲੋਕਾਂ ਨੂੰ ਮਿਲਦਾ ਹੈ ਜਿਨ੍ਹਾਂ ਕੋਲ ਆਪਣਾ ਬਹੁਤਾ ਗਿਆਨ ਨਹੀਂ ਹੁੰਦਾ। ਫਿਰ ਹੀ ਉਹ ਸਾਨੂੰ ਉਹ ਗਿਆਨ ਬਖਸ਼ਿਸ਼ ਕਰਦਾ ਹੈ। ਜੇ ਸਾਡੇ ਕੋਲ ਆਪਣਾ ਹੀ ਗਿਆਨ ਦਾ ਭਾਂਡਾ ਭਰਿਆ ਰਹਿੰਦਾ ਹੈ ਤੇ ਪਰਮੇਸ਼ਰ ਫਿਰ ਗਿਆਨ ਨਹੀਂ ਪਾਉਂਦਾ। ਇਸ ਕਰਕੇ ਸਾਨੂੰ ਭਾਂਡਾ ਖਾਲੀ ਕਰਨਾ ਪੈਂਦਾ ਹੈ। ਜਿਵੇਂ ਖਾਲੀ ਭਾਂਡਾ ਲੈ ਕੇ ਆਪਾਂ ਦੁੱਧ ਲੈਣ ਜਾਂਦੇ ਹਾਂ, ਏਦਾਂ ਹੀ ਮਹਾਰਾਜ ਸਮਝਾਉਂਦੇ ਨੇ ਆਪਣੇ ਮਨ ਨੂੰ ਆਪਾਂ ਧੋਣਾ ਹੈ, ਪਵਿੱਤਰ ਕਰਕੇ ਫਿਰ ਦੁੱਧ ਵਾਸਤੇ ਜਾਣਾ ਹੁੰਦਾ ਹੈ। ਭਾਂਡਾ ਧੋਵੋ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਵੋ। ਫਿਰ ਜਿਵੇਂ ਇੱਥੇ ਸੰਸਾਰ ਚ ਲੈਣ ਜਾਂਦੇ, ਕਿਉਂਕਿ ਜੇ ਆਪਾਂ ਗੰਦੇ ਭਾਂਡੇ ਦੇ ਵਿੱਚ ਤੋਂ ਬਿਨਾਂ ਧੋਤੇ ਦੁੱਧ ਪਾ ਲਿਆ, ਦੁੱਧ ਫਟ ਜਾਏਗਾ। ਦੁੱਧ ਲੈਣ ਵਾਸਤੇ ਆਪਾਂ ਭਾਂਡੇ ਨੂੰ ਧੋਂਦੇ ਹਾਂ, ਸਾਫ਼ ਕਰਦੇ ਹਾਂ ਰੋਜ਼, ਫਿਰ ਲੈ ਕੇ ਆਉਂਦੇ। ਏਦਾਂ ਹੀ ਪ੍ਰਭੂ ਦਾ ਜਿਹੜਾ ਗਿਆਨ ਹੈ ਉਸਦੇ ਵਾਸਤੇ ਸਾਨੂੰ ਆਪਣਾ ਮਨ ਸ਼ੁੱਧ ਕਰਨਾ ਪੈਂਦਾ ਹੈ। ਮਨ ਖਾਲੀ, ਭਾਂਡਾ ਖਾਲੀ ਕਰਨਾ ਪੈਂਦਾ ਹੈ, ਅਨਪੜ੍ਹ ਬਣਨਾ ਪੈਂਦਾ ਹੈ। ਉਹਨਾਂ ਲੋਕਾਂ ਨੇ ਬਾਣੀ ਉਚਾਰੀ, ਉਹਨਾਂ ਲੋਕਾਂ ਦੀ ਰਸਨਾ ਤੋਂ ਅੱਲਾਹ ਤਾਲਾ ਨੇ, ਪਰਮੇਸ਼ਰ ਨੇ, ਗੋਡ ਨੇ, ਗੁਰੂ ਨਿਰੰਕਾਰ ਨੇ ਉਹ ਗਿਆਨ ਦਿੱਤਾ ਜਿਹੜੇ ਆਪ ਗਿਆਨ ਨਹੀਂ ਸੀ ਰੱਖਦੇ, ਜਿਨ੍ਹਾਂ ਕੋਲ ਆਪਣਾ ਗਿਆਨ ਨਹੀਂ ਸੀ। ਹੁਣ ਵੀ ਆਪਾਂ ਦੇਖਦੇ ਹਾਂ, ਕਿਉਂਕਿ ਉਸ ਸਮੇਂ ਬਹੁਤ ਸਾਰੇ ਵਿਦਵਾਨ ਲੋਕ ਸੀ ਜਿਹੜੇ ਦਿਖਾਵਾ ਵੀ ਕਰਦੇ ਸੀ ਅਸੀਂ ਮਿਲੇ ਹਾਂ, ਲੇਕਿਨ ਉਹਨਾਂ ਕੋਲ ਉਹ ਗਿਆਨ ਨਹੀਂ ਸੀ। ਕਿਉਂਕਿ ਉਹਨਾਂ ਨੂੰ ਕਿਵੇਂ ਗਿਆਨ ਦਿੰਦਾ ਜਿਹੜੇ ਆਪ ਪਹਿਲਾਂ ਹੀ ਆਪਣਾ ਗਿਆਨ ਰੱਖਦੇ ਨੇ। ਇਸ ਕਰਕੇ ਮੇਰਾ ਸਮਝਾਉਂਦੇ ਨੇ ਕਿ ਆਪਾਂ ਗੁਰ ਦੀ ਮੱਤ ਲੈਣੀ ਹੈ, ਆਪਣੀ ਮੱਤ ਛੱਡਣੀ ਹੈ। ਸਾਡੇ ਕੋਲ ਕਿੰਨੀਆਂ ਸਿਆਣਪਾਂ ਹੋਣ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਹੁਣ ਇੱਥੇ ਵੀ ਸਮਝਾਉਂਦੇ ਨੇ ਵੀ ਜੀਵ ਜਿਹੜਾ ਇੱਥੇ ਫਸਿਆ ਰਹਿੰਦਾ ਹੈ, ਲੇਕਿਨ ਉਸ ਪ੍ਰਭੂ ਦਾ ਗਿਆਨ, ਉਸਦੀ ਭਗਤੀ, ਉਸਦੇ ਭਜਨ ਨੂੰ ਗਾਉਣਾ ਇਹ ਕੋਈ ਵਿਰਲਾ ਵਿਰਲਾ ਜੀਵ ਪ੍ਰਾਪਤ ਕਰਦਾ ਹੈ। ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ। ਆਓ ਅਗਲਾ ਸ਼ਬਦ ਫਿਰ ਗੌੜੀ ਰਾਗ ਦੇ ਵਿੱਚ ਮਹੱਲੇ 9ਵੇਂ ਦਾ ਸ਼ਬਦ ਹੈ। ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਦਾ ਹੈ, ਜਾਤੇ ਥਿਰ ਨਾ ਰਹਾਈ। ਸਮਝਾਉਂਦੇ ਨੇ ਵੀ ਇਹ ਜਿਹੜਾ ਮਨ ਹੈ ਸਾਡਾ, ਜਿਸ ਨੂੰ ਅਸੀਂ ਸਾਧਨਾ ਹੈ, ਵਸ ਵਿੱਚ ਕਰਨਾ ਹੈ, ਪਰ ਇਹ ਵਸ ਵਿੱਚ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਇਹ ਚੰਚਲ ਹੈ ਤੇ ਤ੍ਰਿਸ਼ਨਾ, ਇੱਕ ਤਾਂ ਚੰਚਲਤਾ ਹੀ ਚ ਰਹਿੰਦਾ ਹੈ ਤੇ ਦੂਜੀ ਇਸ ਨੂੰ ਸੰਸਾਰ ਮਾਇਆ ਦੀ ਤ੍ਰਿਸ਼ਨਾ ਲੱਗੀ ਰਹਿੰਦੀ, ਇਹਨਾਂ ਦਾ ਸੰਗ ਰਹਿੰਦਾ ਹੈ। ਇਸ ਕਰਕੇ ਇਹ ਟਿਕਾ ਚ ਨਹੀਂ ਆਉਂਦਾ, ਇਹ ਥਿਰ ਚ ਨਹੀਂ ਆਉਂਦਾ, ਇਹ ਵਸ ਵਿੱਚ ਨਹੀਂ ਆਉਂਦਾ, ਧਾਵਦਾ ਹੈ, ਦਸਾਂ ਦਿਸ਼ਾਵਾਂ ਨੂੰ ਧਾਵਦਾ ਹੈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਕਠਨ ਕ੍ਰੋਧ ਘਟ ਹੀ ਕੇ ਪੀਤਰ, ਜੇ ਸੁਧ ਸਭ ਬਿਸਰਾਈ। ਕ੍ਰੋਧ ਦੇ ਵਿੱਚ ਫਸਿਆ ਰਹਿੰਦਾ ਹੈ ਜੀਵ, ਜਿਸ ਤੋਂ ਨਿਕਲਣਾ ਆਪਣੀ ਮੱਤ ਦੁਆਰਾ ਚੱਲਦਾ ਹੈ, ਕਠੋਰ ਮੱਤ ਹੋ ਜਾਂਦੀ ਹੈ, ਕ੍ਰੋਧ ਵਿੱਚ ਰਹਿੰਦਾ ਹੈ। ਇਸ ਕਰਕੇ ਇਸ ਸ਼ੁੱਧ ਨੂੰ ਵਿਸਰਾ ਦਿੱਤਾ ਹੈ
ਅਸਲੀ ਤੱਤ ਨੂੰ ਭੁੱਲ ਚੁੱਕਾ ਹੈ, ਆਪਣੇ ਆਪ ਨੂੰ ਭੁੱਲ ਚੁੱਕਿਆ ਹੈ ਤੇ ਇਹਦੇ ਨਾਲ ਲੱਗਿਆ ਰਹਿੰਦਾ ਹੈ। ਚੰਚਲਤਾ ਤੇ ਤ੍ਰਿਸ਼ਨਾ ਇਹਦੇ ਨਾਲ ਵਸਦੀਆਂ ਨੇ। ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਓ ਕਸ਼ਨਾ ਬਸਾਈ। ਜੋ ਰਤਨ ਗਿਆਨ ਹੈ, ਤਤ ਗਿਆਨ ਜਿਸ ਨੂੰ ਕਹਿ ਦਈਏ, ਉਹ ਇਹਨਾਂ ਨੂੰ ਵਸ ਵਿੱਚ ਕਰਦਾ ਹੈ, ਲੇਕਿਨ ਉਸ ਦਾ ਸਾਨੂੰ ਗਿਆਨ ਨਹੀਂ, ਸੋਝੀ ਨਹੀਂ ਹੈ। ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਓ ਕਸ਼ਨਾ ਵਸਾਈ। ਉਸ ਨੂੰ ਅਸੀਂ ਮਨ ਵਿੱਚ ਵਸਾਇਆ ਹੀ ਨਹੀਂ, ਉਹ ਤਾਂ ਗਿਆਨ ਹੀ ਨਹੀਂ ਲਿਆ। ਜਿਹੜਾ ਰਤਨ ਗਿਆਨ ਸੀ, ਜਿਹਦੇ ਦੁਆਰਾ ਆਪਣੇ ਮਨ ਨੇ ਵਸ ਵਿੱਚ ਆਉਣਾ ਸੀ, ਦੇਖ ਦੇਖ ਕੇ ਨਿਰਮਲ ਹੋਣਾ ਸੀ, ਸੇਵਾ ਕਰਨੀ ਸੀ ਨਦਰਾਂ ਦੁਆਰਾ, ਉਹ ਗਿਆਨ ਪ੍ਰਾਪਤ ਨਹੀਂ ਕੀਤਾ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਨਦਰੀ ਸਤਿਗੁਰ ਸੇਵੀ ਹੈ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਸ ਆਵੇ, ਨਦਰੀ ਮਨ ਨਿਰਮਲ ਹੋਏ। ਕਿਉਂਕਿ ਉਹ ਦੇਖਣ ਦਾ ਗਿਆਨ ਨਹੀਂ ਲਿਆ, ਗਿਆਨ ਦਾ ਸੁਰਮਾ ਨੇ ਇਤਨਾ ਨਹੀਂ ਪਾਇਆ। ਜੋ ਉਹ ਪਾ ਲਈਏ, ਫਿਰ ਇਹਨਾਂ ਸਾਰਿਆਂ ਨੂੰ ਹਿਰ ਲੈਂਦਾ ਹੈ। ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜੋਗੀ ਆਏ, ਬਹੁਤ ਯਤਨ ਕਰਕੇ ਹਾਰ ਕੇ ਚਲੇ ਗਏ ਸੰਸਾਰ ਚੋਂ। ਹੋਰ ਬਹੁਤ ਸਾਰੇ ਗੁਣੀ ਗਿਆਨੀ ਇੱਥੇ ਗਾ ਕੇ ਬੋਲ ਕੇ ਚਲੇ ਗਏ। ਜਨ ਨਾਨਕ ਹਰ ਪਏ ਦਿਆਲਾ, ਤੋ ਸਾਬਤ ਬਿਦ ਬਣ ਆਈ। ਜਦੋਂ ਪਰਮੇਸ਼ਰ ਖੁਸ਼ ਹੁੰਦਾ ਹੈ, ਦਇਆ ਕਰਦਾ ਹੈ, ਫਿਰ ਇਹ ਬਿਦ ਬਣਦੀ ਹੈ ਕਿ ਅਸੀਂ ਆਪਣੇ ਮਨ ਨੂੰ ਬਸ ਵਿੱਚ ਕਰ ਸਕਦੇ ਹਾਂ। ਨਹੀਂ ਤਾਂ ਸੰਸਾਰ ਦੇ ਵਿੱਚ ਜੋਗੀ ਹਾਰ ਕੇ ਚਲੇ ਗਏ, ਗੁਣੀ ਗਿਆਨੀ ਗਾਉਂਦੇ ਗਾਉਂਦੇ ਚਲੇ ਗਏ ਸੰਸਾਰ ਚੋਂ, ਲੇਕਿਨ ਉਸ ਨੂੰ ਪਾ ਨਹੀਂ ਸਕੇ, ਕਿਉਂਕਿ ਬਹੁਤ ਜ਼ੋਰ ਲਾਇਆ। ਸਮਝਾਉਂਦੇ ਨੇ, ਸੁਰਤੀਆਂ ਮਿਲਾ ਕੇ ਦੇਖੀਆਂ ਲੋਕਾਂ ਨੇ, ਤੇ ਗੁਰੂ ਗੁਰੂ ਕਰਕੇ ਵੀ ਦੇਖਿਆ, ਧਿਆਨ ਵੀ ਬੜਾ ਲਾ ਕੇ ਦੇਖਿਆ, ਪਰ ਬਸ ਵਿੱਚ ਨਹੀਂ ਆਇਆ, ਉਸ ਨੂੰ ਪਾ ਨਹੀਂ ਸਕੇ। ਸਭ ਸੁਰਤੀ ਮੇਰੀ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਏ ਤੇਰੀ ਤਿਲ ਵਡਿਆਈ। ਪਰ ਇੱਕ ਤਿਲ ਜਿੰਨੀ ਵਡਿਆਈ ਨਹੀਂ ਕਹਿ ਸਕੇ। ਜ਼ੋਰ ਲਾ ਕੇ ਦੇਖ, ਜਦੋਂ ਖੁਸ਼ ਹੁੰਦਾ ਹੈ, ਦਿਆਲੂ ਹੁੰਦਾ ਹੈ, ਜਿਸ ਦੇ ਉੱਤੇ ਉਸ ਨੂੰ ਫਿਰ ਬੁਝਾ ਦਿੰਦਾ ਹੈ, ਉਸ ਨੂੰ ਮਿਲਾ ਵੀ ਲੈਂਦਾ ਹੈ, ਉਸ ਨੂੰ ਆਪਣਾ ਗਿਆਨ ਦਿੰਦਾ ਹੈ ਤੇ ਉਸ ਦੁਆਰਾ ਅੱਗੇ ਗਿਆਨ ਦਿੰਦਾ ਹੈ। ਸਮੇਂ ਸਮੇਂ ਤੇ ਪਰਮੇਸ਼ਰ ਆਪਣੇ ਜਨਾਂ ਨੂੰ ਭੇਜਦਾ ਆਇਆ ਹੈ। ਆਪਾਂ ਦੇਖਦੇ ਸੰਸਾਰ ਦੇ ਵਿੱਚ, ਜੇ ਅਸੀਂ ਗ੍ਰੰਥਾਂ ਨੂੰ ਪੜ੍ਹੀਏ, ਕਿਉਂਕਿ ਬਹੁਤ ਸਾਰੇ ਗ੍ਰੰਥ ਨੇ, ਧਾਰਮਿਕ ਗ੍ਰੰਥ ਨੇ, ਤੇ ਜਦੋਂ ਅਸੀਂ ਕਿਸੇ ਵੀ ਗ੍ਰੰਥ ਨੂੰ ਪੜ੍ਹਦੇ ਹਾਂ, ਪਹਿਲਾਂ ਤਾਂ ਉਹ ਗ੍ਰੰਥ ਸਾਨੂੰ ਇਹ ਦੱਸਦਾ ਹੈ ਕਿ ਜਿੰਨੇ ਵੀ ਪਹਿਲਾਂ ਗ੍ਰੰਥ ਆਏ ਨੇ ਸੰਸਾਰ ਦੇ ਵਿੱਚ, ਸਾਰੇ ਸੱਚੇ ਨੇ, ਕੋਈ ਵੀ ਝੂਠਾ ਨਹੀਂ ਹੈ। ਪਰ ਫਿਰ ਦੱਸਦਾ ਹੈ ਕਿ ਲੋਕ ਉਸ ਗਿਆਨ ਨੂੰ ਜੋ ਹਰੀ ਪਰਮੇਸ਼ਰ ਨੇ ਦਿੱਤਾ ਹੈ, ਪੈਗੰਬਰਾਂ ਨੂੰ, ਆਪਣੇ ਭਗਤਾਂ ਨੂੰ, ਅਵਤਾਰਾਂ ਨੂੰ ਦੇ ਕੇ ਭੇਜਿਆ ਸੰਸਾਰ ਦੇ ਵਿੱਚ, ਜਿੰਨੀ ਦੇਰ ਉਹ ਸੰਸਾਰ 'ਚ ਰਹਿੰਦੇ ਨੇ, ਉਨੀ ਦੇਰ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ। ਬਹੁਤ ਥੋੜੇ ਹੁੰਦੇ ਨੇ ਜਿਹੜੇ ਉਹਨਾਂ ਦੀ ਗੱਲ ਸੁਣਦੇ ਨੇ, ਲੇਕਿਨ ਉਹਨਾਂ ਤੋਂ ਬਾਅਦ ਉਹਨਾਂ ਦੇ ਨਾਂ ਤੇ ਫਿਰ ਉਹ ਲੋਕ ਪਖੰਡ ਕਰਨਾ ਸ਼ੁਰੂ ਕਰ ਦਿੰਦੇ ਨੇ। ਤੇ ਉਸ ਦੇ ਨਾਲ ਕੀ ਹੁੰਦਾ ਹੈ ਕਿ ਫਿਰ ਪਰਮੇਸ਼ਰ ਹੋਰ ਜੀਵ ਨੂੰ ਭੇਜਦਾ ਹੈ ਗਿਆਨ ਦੇ ਕੇ, ਤੇ ਉੱਥੋਂ ਫਿਰ ਨਵੀਂ ਮੱਤ ਚੱਲ ਪੈਂਦੀ ਹੈ। ਏਦਾਂ ਹੁੰਦਾ ਆਇਆ ਹੈ। ਜਿਵੇਂ ਆਪਾਂ ਦੇਖਦੇ ਹਾਂ, ਜਦੋਂ ਦੇਖਦੇ ਹਾਂ, ਪਹਿਲਾਂ 3 ਯੁੱਗਾਂ ਤੱਕ ਇੱਕ ਧਰਮ ਰਿਹਾ ਹੈ, ਸਨਾਤਨ ਧਰਮ। ਜਦੋਂ ਕਲਯੁਗ ਸ਼ੁਰੂ ਹੋਇਆ, ਕਲਯੁਗ ਦੇ ਵਿੱਚ ਅਨੇਕਾਂ ਧਰਮ, ਅਨੇਕਾਂ
ਮਤ ਕਹਿ ਸਕਦੇ ਹਾਂ ਆਪਾਂ, ਕਿਉਂਕਿ ਧਰਮ ਸਾਰਿਆਂ ਦਾ ਇੱਕ ਹੈ। ਧਰਮ ਕੀ ਹੁੰਦਾ ਹੈ? ਜੋ ਕੁਦਰਤ ਵੱਲੋਂ ਬਣਾਏ ਨਿਯਮ ਨੇ। ਜੇ ਉੱਥੇ ਆਪਾਂ ਦੇਖਦੇ ਹਾਂ, ਕੋਈ ਵੀ ਆਪਣੇ ਆਪ ਨੂੰ ਕਿਸੇ ਧਰਮ ਦਾ ਜੀਵ ਸਮਝਦਾ ਹੋਵੇ, ਉਸ ਦਾ ਸਰੀਰ ਵੀ ਸਾਰਿਆਂ ਦਾ ਉਵੇਂ ਹੁੰਦਾ ਹੈ, 10 ਦੁਆਰਾਂ ਦਾ ਹੁੰਦਾ ਹੈ, ਤੇ ਉਵੇਂ ਹੀ ਉਹ ਸੰਸਾਰ ਦੇ ਵਿੱਚ ਜਨਮ ਲੈਂਦਾ ਹੈ। ਮਾਤਾ ਪਿਤਾ ਦੇ ਸੰਜੋਗ ਦੁਆਰਾ 9 ਮਹੀਨੇ ਮਾਤਾ ਦੇ ਗਰਭ ਵਿੱਚ ਰਹਿ ਕੇ ਜਨਮ ਲੈਂਦਾ ਹੈ, ਤੇ ਇੱਥੇ ਆ ਕੇ ਪਾਉਣ ਉਹੀ ਲੈਂਦਾ ਹੈ। ਆਪਾਂ ਸਾਰੇ ਇੱਕੋ ਹੀ ਪਾਉਣ ਲੈਂਦੇ ਹਾਂ, ਤੇ ਉਵੇਂ ਹੀ ਭੋਜਨ ਖਾਂਦੇ ਹਾਂ। ਸਾਰਾ ਕੁਛ ਉਹੀ ਹੈ, ਇੱਕ ਧਰਮ ਹੈ। ਲੇਕਿਨ ਪਰਮੇਸ਼ਰ ਨੂੰ ਮਿਲਣ ਦੇ ਵਾਸਤੇ ਜਦੋਂ ਕੋਈ ਜੀਵ ਆਇਆ, ਉਸਨੇ ਜੋ ਗਿਆਨ ਦਿੱਤਾ, ਉਸ ਦੀ ਮੱਤ ਨੂੰ ਲੈ ਕੇ ਜਿਹੜੇ ਲੋਕ ਚੱਲੇ, ਉੱਥੋਂ ਇੱਕ ਨਵੀਂ ਮੱਤ ਸ਼ੁਰੂ ਹੋਈ ਹੈ, ਹਿੰਦੂ ਮੱਤ। ਏਦਾਂ ਹੀ ਫਿਰ ਯਹੂਦੀ ਮੱਤ, ਈਸਾਈ ਮੱਤ, ਇਸਲਾਮ ਮੱਤ ਤੇ ਸਿੱਖ ਮੱਤ, ਏਦਾਂ ਹੀ ਚਲੀਆਂ। ਲੇਕਿਨ ਜੇ ਆਪਾਂ ਇਹਨਾਂ ਦੇ ਆਪਾਂ ਸਾਰੇ ਗ੍ਰੰਥਾਂ ਨੂੰ ਪੜਾਂਗੇ ਤਾਂ ਸਾਰੇ ਹੀ ਇੱਕੋ ਗਿਆਨ ਦਿੰਦੇ ਨੇ ਕਿ ਇੱਕ ਪਰਮੇਸ਼ਰ ਦੀ ਭਗਤੀ ਕਰਨੀ ਹੈ। ਪਰਮੇਸ਼ਰ ਕਿਰਪਾਲੂ ਹੈ, ਦਿਆਲੂ ਹੈ, ਤੇ ਉਸ ਤੋਂ ਬਿਨਾਂ ਦੂਜਾ ਕੋਈ ਪੂਜਣ ਦੇ ਲਾਇਕ ਨਹੀਂ ਹੈ। ਸਾਰੇ ਗ੍ਰੰਥ, ਜਿਹੜੇ ਮਰਜ਼ੀ ਗ੍ਰੰਥ ਨੂੰ ਪੜ੍ਹ ਕੇ ਦੇਖ ਲਓ। ਲੇਕਿਨ ਜੀਵ ਸੁਣਦੇ ਨਹੀਂ, ਉਹਨਾਂ ਦੇ ਨਾਂ ਤੇ ਪਖੰਡ ਹੁੰਦਾ। ਜਿਵੇਂ ਅੱਜ ਆਪਾਂ ਦੇਖਦੇ ਹਾਂ ਸਿੱਖ ਧਰਮ ਦੇ ਵਿੱਚ ਵੀ ਉਹੀ ਕੁਛ ਹੋਇਆ ਹੈ। ਇਸ ਕਰਕੇ ਸਮਝਾਉਂਦੇ ਨੇ ਸਤਿਗੁਰੂ ਜੀ ਵੀ ਫਿਰ ਪਰਮੇਸ਼ਰ ਜਦੋਂ ਕਿਰਪਾ ਕਰਦਾ ਹੈ ਤੇ ਫਿਰ ਕਿਸੇ ਜੀਵ ਨੂੰ ਗਿਆਨ ਦਿੰਦਾ ਹੈ, ਕਿਸੇ ਵਿਰਲੇ ਨੂੰ, ਫਿਰ ਉਸ ਨੂੰ ਸਮਝਾਉਂਦਾ ਹੈ, ਫਿਰ ਦੁਬਾਰਾ ਇਹ ਬਿਧ ਬਣਾਉਂਦੀ ਹੈ। ਜਨ ਨਾਨਕ ਹਰਿ ਭਇ ਦਿਆਲਾ, ਤਉ ਸਾ ਬਿਧ ਬਣ ਆਈ। ਤੇ ਆਓ ਹੁਣ ਆਪਾਂ ਨਾਲ ਨਾਲ ਧਿਆਉਣ ਦਾ ਜਿਹੜਾ ਮਾਰਗ ਹੈ, ਕਿਉਂਕਿ ਇੱਕ ਮਤ ਹੈ, ਇੱਕ ਗੁਰ ਹੈ ਜੋ ਯੁਗਾਂ ਤੋਂ ਚੱਲਿਆ ਆ ਰਿਹਾ ਹੈ, ਜਿਸ ਦੁਆਰਾ ਆਪਾਂ ਪਰਮੇਸ਼ਰ ਨੂੰ ਦੇਖ ਸਕਦੇ ਹਾਂ, ਨੇੜੇ ਦੇਖ ਸਕਦੇ ਹਾਂ। ਇੱਕੋ ਹੀ ਗੁਰ ਹੈ। ਕਿਸੇ ਗ੍ਰੰਥ ਨੂੰ ਪੜ੍ਹ ਲਈਏ, ਇੱਕੋ ਗੁਰ ਦਾ ਗਿਆਨ ਹੈ। ਤੇ ਉਹ ਗੁਰ ਕੀ ਹੈ ਕਿ ਮਨ ਨੇ ਕਿਵੇਂ ਧਿਆਉਣਾ ਹੈ ਪਰਮੇਸ਼ਰ ਨੂੰ, ਮਨ ਨੇ ਕਿਵੇਂ ਉਸ ਪਰਮੇਸ਼ਰ ਨੂੰ ਡੰਡੌਤ ਕਰਨੀ ਹੈ, ਬੰਦਨਾ ਕਰਨੀ ਹੈ, ਨਮਸਕਾਰ ਕਰਨੀ ਹੈ, ਇਬਾਦਤ ਕਰਨੀ ਹੈ। ਇੱਕੋ ਤਰੀਕਾ ਹੈ। ਲੇਕਿਨ ਅਸੀਂ ਤਨ ਨਾਲ ਕਰਦਾ ਹੈ ਸਾਰਾ ਸੰਸਾਰ, ਮਨ ਨਾਲ ਨਹੀਂ ਕਰਦਾ। ਲੇਕਿਨ ਆਪਾਂ ਮਨ ਨਾਲ ਕਰਨਾ ਹੈ। ਸਾਨੂੰ ਸਮਝਾ ਦਿੱਤਾ ਹੈ ਜੋ ਮਨ ਹੈ ਉਹ ਨੇਤਰਾਂ ਦੇ ਵਿੱਚ ਹੈ, ਕਿਉਂਕਿ ਨੇਤਰਾਂ ਦੁਆਰਾ ਚੱਲਦਾ ਹੈ। ਨੇਤਰ ਦੋ ਨੇ, ਇਸ ਕਰਕੇ ਮਨ ਦੋ ਜੋਤਾਂ ਵਿੱਚ ਹੋ ਜਾਂਦਾ ਹੈ ਤੇ ਆਪਣਾ ਘਰ ਭੁੱਲ ਜਾਂਦਾ ਹੈ। ਹੁਣ ਆਪਾਂ ਨੇ ਕੀ ਕਰਨਾ ਹੈ ਕਿ ਦੋਨਾਂ ਨੇਤਰਾਂ ਨੂੰ ਜਿੱਥੋਂ ਸਵਾਸ ਆਉਂਦਾ, ਪ੍ਰਾਣਪਤ ਦਾਤਾ ਜਿੱਥੋਂ ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ, ਇਸ ਪੁਆਇੰਟ ਤੇ ਆਪਾਂ ਦੋਨਾਂ ਨੇਤਰਾਂ ਨੂੰ ਸਮ ਕਰਨਾ ਹੈ। ਇੱਥੇ ਦ੍ਰਿਸ਼ਟੀ ਨੂੰ ਫੋਕਸ ਕਰਨਾ ਹੈ, ਆਪਣੇ ਆਪ ਨੂੰ ਪਰਖਣਾ ਹੈ, ਧਿਆਨ ਨੂੰ। ਜਦੋਂ ਇੱਥੇ ਦ੍ਰਿਸ਼ਟੀ ਫੋਕਸ ਕਰਾਂਗੇ, ਆਪਾਂ ਇਹ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਦਿਸਦਾ ਹੈ ਫਿਰ ਆਪਾਂ ਦੋ ਜੋਤ ਦੇ ਵਿੱਚ ਹਾਂ, ਜੇ ਨਹੀਂ ਦਿਸਦਾ ਤੇ ਇੱਕ ਜੋਤ ਹਾਂ। ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਵੀ ਕਿਸ ਪਾਸੇ ਦਿਸਦਾ, ਖੱਬੇ ਦਿਸਦਾ, ਸੱਜੇ ਦਿਸਦਾ ਜਾਂ ਵਿਚਾਲੇ ਦਿਸਦਾ ਹੈ। ਕਿਉਂਕਿ ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ ਤੇ ਵਿਚਾਲੇ ਸਤੋ ਗੁਣ ਹੈ। ਤੇ ਫਿਰ ਇਸ ਤੋਂ ਬਾਅਦ ਇੰਨਾ ਪਰਖ ਕੇ ਇਸ ਪੁਆਇੰਟ ਤੇ ਫੋਕਸ ਕਰਕੇ ਮੇਰੇ ਵੱਲ ਦੇਖ ਲਓ। ਹੋ ਸਕਦਾ ਕੋਈ ਨਵਾਂ ਜੀਵ ਹੋਵੇ, ਏਦਾਂ ਦ੍ਰਿਸ਼ਟੀ ਫੋਕਸ ਕਰਨੀ ਹੈ, ਆਪਣੇ ਆਪ ਨੂੰ ਪਰਖਣਾ ਹੈ। ਫਿਰ ਇੱਥੋਂ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਦੇਖਿਓ। ਇੱਥੋਂ ਆਪਾਂ ਸਾਹਮਣੇ ਦੇਖਾਂਗੇ।
इतों फिर आवाज देवांगे कि ध्यान मस्तक के सामने लै जाओ, पलका उत्ते चुक दे। फिर आवाज देवांगा कि ध्यान सामने लैके आओ, फिर सामने, फिर मैं कहूँगा सम करके देखो, फिर दृष्टि नूं फोकस करके देखना है। जेड़े पहला ही ते आउंदे ने प्रकाश रूप नूं देखना है, ते जो कोई नवा है जिसनूं नक दिसदा सी उसने ये देखना है कि नक दिसनों हट गया। ਜਾਂ इस पासे खब्बे पासे सानू हल्का हल्का एक परछाई टाइप दिख सकता है पहला पहला, जिसने प्रकाश होना है इस पासे, क्योंकि रास्ता है अपना इधर नहीं, इधरला बंद होना है, इधर होना है। सो आओ करो पहला सम करो दोनों नेत्रा नू, इस ते फोकस करके देखो दृष्टि नू। और सामने लेके आओ ध्यान, मस्तक के सामने लै जो, पलका उत्ते चुक दो। फिर सामने लेके आओ। फिर सम करके देखो अपने आप ਨੂੰ, दृष्टि फोकस करके देखो। जे कोई नवा जीव जे पहला नक दिसदा सी उसने देखना है कि दिसनों हट गया। जे नहीं हटदा फोन भी कर सकता है, फोन ते भी आपां अभ्यास कर सकते हाँ, समझ सकते हाँ, क्योंकि कई बार जीव नूं विश्वास नहीं आउंदा। नीचे लै जो ध्यान, नीचे फर्श तो थोड़ा ऊपर देखने की कोशिश करिए। इत्थे सानू प्रकाश अनुभव होना शुरू हो जाता है, एक हलचल अनुभव होनी शुरू हो जाती है।
फिर सम करके देखो अपने आप में। फिर नीचे ले जाओ ध्यान। फिर सम करके देखिए अपने आप में। नीचे ले जाओ ध्यान।
सामने लेके आइए ध्यान। मस्तक दे सामने ले जो पलका उत्ते चुक दो। फिर सामने लेके आइए। नीचे ले जो ध्यान।
सम करके देखिए अपने आप ਨੂੰ। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके नाल आपां प्रभु दी शरण दे विच रहना है, क्योंकि वही सच है ते इह संसार एक सुपने दी न्याई है। किसी नूं कोई पता नहीं किहड़ा समा आखिरी है, कदों इस शरीर दा नाश हो जाना है। साडे अखां दे सामने हो रहे ने। अज दा समा है जिहड़ा साइंस दा युग है, कोई पता नहीं कित्थे एक्सीडेंट हो जाना है, की हो जाना है, हार्ट अटैक हो जाना है, अगला श्वास आना है नहीं आना, किसी नूं कोई पता नहीं। इस करके राम दी शरण दे विच रहना है। हरि दी, परमेश्वर दी, अल्लाह ताला जिसनूं बहुत सारे नामां नाल असीं पुकारदे हां, उस दी शरण दे विच आपां रहना है, ताकि जदों भी सानूं जाना पवे सानूं पुछे ना, आपां उहदे दर ते रहिए। कबीर मोहे मरने का चौ है, मरूं तां हर के द्वार। मत हर पूछे कौन है, परा हमारे बार। सो आओ इन्नी क विचार करते हैं। बहुत सारियां भुलां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।